ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰਿ ਨਾਮ ਦਿਓ। ਸਮਰੱਥ ਗੁਰੂ ਸਿਰ ਹੱਥ ਧਰਿਓ। ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਅੱਜ ਦਾ ਜੋ ਸਾਹਿਬ ਦਾ ਵਚਨ ਹੈ, ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨੀਸਾਨ। ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਗਾਵੇ ਭਾਵ ਕਿ ਜੋ ਜੀਵ ਹੈ ਉਹ ਆਪਣੇ ਮੂਲ ਦੀ ਸਿਫਤ ਕਰਦਾ, ਉਸਤਤੀ ਕਰਦਾ, ਗੁਣ ਗਾਇਨ ਕਰਦਾ। ਤਾਣ ਹੁੰਦਾ ਬੁੱਧ ਦਾ ਬਲ, ਆਤਮਿਕ ਸੁਗਿਆਨ, ਤਾਕਤ, ਸ਼ਕਤੀ, ਚਾਹੇ ਸਮਰੱਥਾ ਕਹਿ ਲਿਓ, ਯੋਗਤਾ ਕਹਿ ਦਿਓ, ਇਤਿਆਦਿ ਬੜੇ ਸ਼ਬਦ ਹਨ। ਗਾਵੇ ਸ਼ਬਦ ਇੱਕ ਵਚਨ ਹੈ, ਭਾਵ ਕਿ ਕੋਈ ਇੱਕ ਜੀਵ ਗਾ ਰਿਹਾ। ਜਿੱਥੇ ਬਹੁਤਿਆਂ ਦੀ ਗੱਲ ਆਵੇਗੀ ਉੱਥੇ ਗਾਵ ਹੈ, ਗੱਗੇ ਨੂੰ ਕੰਨਾ ਵਾਵਾ, ਹਾਏ ਨੂੰ ਸਿਹਾਰੀ ਆਵੇਗਾ। ਸੋ ਹਰ ਇੱਕ ਜੀਵ ਆਪੋ ਆਪਣੀ ਬੁੱਧ ਦੇ ਨਾਲ ਆਪਣੇ ਮੂਲ ਦੇ ਗੁਣ ਗਾ ਰਿਹਾ ਹੈ, ਸੁਗਿਆਨ ਪ੍ਰਾਪਤ ਕਰ ਰਿਹਾ ਹੈ। ਜਿਹੋ ਜੀ ਜੀਵ ਦੀ ਆਪੋ ਆਪਣੀ ਬੁੱਧ ਹੈ, ਸਮਰੱਥਾ ਹੈ, ਜਿਸ ਨੂੰ ਦਸਵੇਂ ਪਾਤਸ਼ਾਹ ਵੀ ਕਹਿੰਦੇ ਆ, ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਦਸਮ ਗ੍ਰੰਥ ਦੇ ਅੰਦਰ ਜਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਬਚਨ ਹੈ, 71 ਅੰਗ ਦੇ ਉੱਪਰ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਇੱਥੇ ਪਾਤਸ਼ਾਹ ਉਹਨਾਂ ਜੀਵਾਂ ਦੀ ਗੱਲ ਕਰਦੇ ਆ ਜੋ ਸੰਸਾਰ ਵਿੱਚ ਗਾਉਂਦੇ ਜ਼ਰੂਰ ਨੇ, ਪਰ ਉਹ ਕੋਈ ਸੰਸਾਰੀ ਇੱਛਾ ਰੱਖ ਕੇ ਗਾਉਂਦੇ। ਗਾਉਂਦੇ ਭਗਤ ਵੀ ਨੇ, ਪਰ ਭਗਤਾਂ ਦੀ ਸੰਸਾਰੀ ਇੱਛਾ ਨਹੀਂ ਹੁੰਦੀ, ਕਿਉਂਕਿ ਭਗਤਾਂ ਦੀ ਦ੍ਰਿਸ਼ਟੀ ਤੋਂ ਜਿਹੜਾ ਸੰਸਾਰ ਹੈ ਉਹ ਮਿਥਿਆ ਹੈ, ਨਾਸਵਾਨ ਹੈ। ਗਾਇਆ ਉਸ ਨੂੰ ਜਾਂਦਾ ਜੋ ਸਦਾ ਸਥਿਰ ਹੋਵੇ, ਨਿਸ਼ਚਲ ਹੋਵੇ, ਜਿਹੜਾ ਸਦਾ ਨਾਲ ਰਹਿਣ ਵਾਲੀ ਚੀਜ਼ ਹੋਵੇ, ਜਿਸ ਦੇ ਅੰਡਰੇਸ਼ਨ 'ਚ ਸਾਰਾ ਕੁਝ ਹੋਵੇ, ਉਸ ਨੂੰ ਗਾਉਣ ਦਾ ਫਾਇਦਾ ਹੈ। ਜਿਹੜੀ ਚੀਜ਼ ਨੇ ਬਿਨਸ ਜਾਣਾ ਉਸ ਨੂੰ ਗਾਉਣ ਦਾ ਕੋਈ ਫਾਇਦਾ ਨਹੀਂ, ਸਗੋਂ ਨੁਕਸਾਨ ਹੋ ਜਾਂਦਾ ਹੈ। ਸੋ ਪਾਤਸ਼ਾਹ ਕਹਿੰਦੇ ਉਹ ਵੀ ਇਹੀ ਜੀਵ ਮੰਨਦੇ ਆ ਕਿ ਅਸੀਂ ਵੀ ਗਾਉਂਦੇ ਹਾਂ, ਪਰ ਉਹ ਗਾਉਂਦੇ ਆਪਣੇ ਤਾਣ ਦੇ ਨਾਲ। ਗਾਵੇ ਕੋ ਤਾਣ, ਉਹ ਕਹਿੰਦੇ ਵੀ ਸਾਡੇ ਕੋਲ ਵੀ ਤਾਣ ਹੈ, ਆਪਣੀ ਮੱਤ ਹੈ, ਆਪਣੀ ਮਰਜ਼ਾਦਾ ਹੈ। ਹੋਵੇ ਕਿਸੇ ਤਾਣ, ਉਹ ਕਹਿੰਦੇ ਵੀ ਸਾਡੇ ਕੋਲ ਵੀ ਤਾਣ ਹੈਗਾ, ਸਾਡੇ ਕੋਲ ਵੀ ਜ਼ੋਰ ਹੈ, ਸਾਡੇ ਕੋਲ ਵੀ ਸਿਆਣਪ ਹੈ। ਉਹ ਆਪੋ ਆਪਣੀਆਂ ਸਿਆਣਪਾਂ ਦੇ ਨਾਲ ਗੁਣ ਜ਼ਰੂਰ ਗਾਉਂਦੇ ਆ, ਪਰ ਦੂਸਰੇ ਪਾਸੇ ਭਗਤ ਸਾਹਿਬਾਨ ਨੇ ਉਹ ਵੀ ਗੁਣ ਗਾਉਂਦੇ ਆ। ਪਰ ਭਗਤ ਸਾਹਿਬਾਨਾਂ ਦਾ ਜਿਹੜਾ ਗੁਣ ਗਾਉਣਾ ਹੈ ਉਹ ਆਪਣਾ ਆਪਾ ਗਵਾ ਕੇ ਗਾਉਣਾ ਹੈ, ਆਪਣੀ ਹੋਂਦ ਨੂੰ ਮਿਟਾਉਣ ਵਾਸਤੇ। ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਔਰ ਕੈਸੀ ਚਤੁਰਾਈ। ਉਹ ਆਪਣੇ ਆਪ ਨੂੰ ਨੀਵਾਂ ਕਰਨਾ ਚਾਹੁੰਦੇ ਆ, ਦਾਸ ਕਹਾਉਂਦੇ ਆ, ਸੇਵਕ ਕਹਾਉਂਦੇ ਆ, ਨੀਚ ਕਹਾਉਂਦੇ ਆ। ਹਰ ਵੇਲੇ ਪਰਮੇਸ਼ਰ ਨੂੰ ਹੁਕਮ ਨੂੰ ਅੱਗੇ ਰੱਖ ਕੇ ਚੱਲਦੇ ਆ। ਸੋ ਉਹਨਾਂ ਦੀ ਸਾਰਿਆਂ ਦੀ ਸੁਰ ਵੀ ਇੱਕੋ ਹੀ ਹੁੰਦੀ ਹੈ। ਜੋ ਗੱਲ ਕਿਸੇ ਵੇਲੇ ਭਗਤ ਧਰੂੰ ਜੀ ਨੇ ਆਖੀ, ਜਿਸ ਤਰੀਕੇ ਨਾਲ ਉਹਨਾਂ ਨੇ ਗਾਇਆ, ਉਸੇ ਤਰੀਕੇ ਨਾਲ ਸ੍ਰੀ ਭਗਤ ਕਬੀਰ ਸਾਹਿਬ ਨੇ ਗਾਇਆ, ਉਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਗਾਇਆ।
ਉਸੇ ਤਰੀਕੇ ਨਾਲ ਦਸਵੇਂ ਪਾਤਸ਼ਾਹ ਨੇ ਉਸੇ ਤਰੀਕੇ ਹੀ ਬੇਅੰਤ ਗੁਰਸਿੱਖਾਂ ਨੇ ਗਾਇਆ। ਇੱਕੋ ਹੀ ਮੰਜ਼ਿਲ ਹੈ, ਇੱਕੋ ਹੀ ਰਸਤਾ ਹੈ, ਨਾ ਕੋਈ ਦੂਜੀ ਮੰਜ਼ਿਲ ਹੈ, ਨਾ ਕੋਈ ਦੂਸਰਾ ਰਸਤਾ ਹੈ। ਜਦੋਂ ਟਾਰਗੇਟ ਬਾ ਨਿਸ਼ਾਨਾ ਇੱਕ ਹੈ ਤੇ ਚੱਲਣ ਵਾਲਾ ਵੀ ਇੱਕੋ ਹੀ ਹੈ, ਦੋ ਤਾਂ ਹੈ ਨਹੀਂ। ਦੂਜੀ ਤਾਂ ਮਾਇਆ ਹੈ, ਤੇ ਮਾਇਆ ਵਿਖਿਆ, ਮਾਇਆ ਨਾਸਬਾਨ ਹੈ, ਮਾਇਆ ਡੋਲਦੀ ਹੈ, ਪਰ ਜਿਸਨੇ ਮਾਇਆ ਪੈਦਾ ਕੀਤੀ ਹੈ ਉਹ ਅਡੋਲ ਹੈ, ਉਹ ਸਦਾ ਰਹਿਣ ਵਾਲਾ। ਹਾਕਮ ਸਦਾ ਹੀ ਰਹਿੰਦਾ ਹੈ, ਹਾਕਮ ਨਹੀਂ ਕਿਤੇ ਜਾਂਦਾ। ਸੋ ਗੁਰਮੁਖਾਂ ਨੂੰ ਉਸ ਦੀ ਸੋਝੀ ਹੁੰਦੀ ਹੈ, ਤਾਂ ਫਿਰ ਉਹਨਾਂ ਦਾ ਜਿਹੜਾ ਤਾਣ ਹੁੰਦਾ, ਜਿਹੜੇ ਗੁਰਮੁਖ ਤਾਣ ਕੀ ਗਾਉਂਦੇ ਆ, ਗਾਵੇ ਕੋ ਤਾਣ, ਉਹਨਾਂ ਦਾ ਤਾਣ ਕੀ ਹੈ ਵੀ ਜੋ ਕੁਛ ਹੋ ਰਿਹਾ ਹੁਕਮ 'ਚ ਹੋ ਰਿਹਾ, ਜੋ ਕੁਛ ਵਰਤ ਰਿਹਾ ਉਹਦੇ ਭਾਣੇ 'ਚੋਂ ਵਰਤ ਰਿਹਾ। ਹੋਵੇ ਕਿਸੇ ਤਾਣ, ਕੋਈ ਇੱਥੇ ਸੰਸਾਰ ਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ ਗਾਉਂਦੇ ਹਾਂ ਤੇ ਤੁਸੀਂ ਆਪਣਾ ਹੁਕਮ ਚਲਾ ਕੇ ਦਿਖਾਓ। ਤੁਹਾਡੇ ਹੁਕਮ 'ਚ ਕੁਛ ਵੀ ਨਹੀਂ ਹੋ ਰਿਹਾ, ਪਰ ਜਿਹਨੂੰ ਅਸੀਂ ਗਾਉਂਦੇ ਹਾਂ ਉਹਦੇ ਹੁਕਮ 'ਚ ਸਭ ਕੁਛ ਹੀ ਹੋ ਰਿਹਾ। ਗਾਉਂਦੇ ਭਾਵੇਂ ਅਸੀਂ ਵੀ ਪਰਮੇਸ਼ਰ ਨੂੰ ਹੀ ਹਾਂ, ਪਰ ਸਾਨੂੰ ਪਰਮੇਸ਼ਰ ਬਾਰੇ ਪੂਰਾ ਨਹੀਂ ਪਤਾ ਕਿ ਪਰਮੇਸ਼ਰ ਹੈ ਕੀ ਚੀਜ਼। ਇੱਕ ਉਹ ਵਿਅਕਤੀ, ਉਹ ਜੀਵ ਗਾ ਰਿਹਾ ਜਿਹਨੂੰ ਸਾਰੀ ਸੋਝੀ ਹੈ। ਫਰਕ ਹੈ। ਜਿੰਨਾ ਚਿਰ ਪਹਿਲਾਂ ਗਾਇਆ ਜਾਂਦਾ ਆਪਣੇ ਮੂਲ ਨੂੰ, ਆਪਣੇ ਮੂਲ ਦੀ ਸੋਝੀ ਪ੍ਰਾਪਤ ਕੀਤੀ ਜਾਂਦੀ ਹੈ। ਜਦੋਂ ਜੀਵ ਆਪਣੇ ਮੂਲ ਦੀ ਸੋਝੀ ਪ੍ਰਾਪਤ ਕਰ ਲੈਂਦਾ, ਫਿਰ ਜੀਵ ਦਾ ਜਿਹੜਾ ਮੂਲ ਹੈ ਉਹ ਪਰਮੇਸ਼ਰ ਨੂੰ ਗਾਉਂਦਾ ਹੈ, ਕਿਉਂਕਿ ਗਾ ਹੀ ਹੋ ਸਕਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਜੋਤੀ ਜੋਤ ਰਲੀ। ਜਦੋਂ ਜੋਤੀ 'ਚ ਜੋਤ ਰਲ ਜਾਂਦੀ ਹੈ, ਸੰਪੂਰਨ ਥੀ ਆਰਾਮ, ਫਿਰ ਇਹ ਸੰਪੂਰਨ ਹੋ ਜਾਂਦਾ। ਸੰਪੂਰਨ ਤਾਂ ਫਿਰ ਹੁਕਮ ਹੀ ਹੈ, ਪਰਮੇਸ਼ਰ ਹੀ ਹੈ। ਫਿਰ ਇਹ ਉਹਦੀ ਵਡਿਆਈ ਕਰਦਾ ਹੈ, ਫਿਰ ਇਹ ਨਾਮ ਦੀ ਆਰਾਧਨਾ ਕਰਦਾ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਉਸ ਤੋਂ ਅੱਗੇ ਵੀ ਪਾਤਸ਼ਾਹ ਕਹਿੰਦੇ ਆ, ਗਾਵੈ ਕੋ ਦਾਤ ਜਾਣੇ ਨੀਸਾਨ। ਹੁਣ ਗਾਉਂਦੇ ਸੰਸਾਰੀ ਜੀਵ ਵੀ ਨੇ, ਗਾਉਂਦੇ ਨਿਰਾਕਾਰੀ ਵੀ ਨੇ, ਇਸੇ ਮਿਰਤ ਲੋਕ ਦੇ ਅੰਦਰ। ਉਹ ਦਾਤਾਂ ਨੂੰ ਗਾਉਂਦੇ ਆ ਕਿ ਸਾਨੂੰ ਆਹ ਮਿਲ ਜਾਵੇ। ਦਾਤ ਕੀ ਆ? ਉਹ ਮਾਇਆ ਨੂੰ ਸਮਝਦੇ ਆ। ਤਾਂ ਹੀ ਪਾਤਸ਼ਾਹ ਨੇ ਆਖਿਆ, ਦਾਤ ਪਿਆਰੀ ਵਿਸਰਿਆ ਦਾਤਾਰਾ। ਹੇ ਮੇਰੇ ਮਨਾ, ਤੇਰੇ ਅੰਦਰ ਇਹੀ ਭੁੱਖ ਹੁੰਦੀ ਹੈ ਕਿ ਮੈਨੂੰ ਆਹ ਮਿਲ ਜਾਵੇ। ਗੁਰਬਾਣੀ ਦਾ ਪਾਠ ਕਰਨਾ ਮੇਰੀ ਆਹ ਸੁੱਖ ਪੂਰੀ ਹੋ ਜਾਵੇ, ਮੇਰੀ ਆਹ ਇੱਛਾ ਪੂਰੀ ਹੋ ਜਾਵੇ। ਗਾ ਤੋਂ ਵੀ ਰਿਹਾ ਤੇ ਦੂਜੇ ਪਾਸੇ ਭਗਤ ਵੀ ਗਾ ਰਿਹਾ। ਗਾਵੈ ਤੁਧਨੋਂ ਇੰਦਰ ਇੰਦਰ ਆਸਣ ਬੈਠੇ, ਦੇਵਤੇ ਅੰਦਰ ਨਾਲੇ, ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋਂ ਸਾਧ ਵਿਚਾਰੇ। ਸੋਦਰ ਦੇ ਵਿੱਚ ਪਾਤਸ਼ਾਹ ਨੇ ਸਾਰਿਆਂ ਦੀ ਗਿਣਤੀ ਕੀਤੀ ਹੈ ਵੀ ਕਿਵੇਂ ਉਹ ਗਾ ਰਹੇ। ਸੋ ਗਾ ਭਗਤ ਵੀ ਰਿਹਾ। ਭਗਤ ਕਿਹਨੂੰ ਗਾ ਰਿਹਾ? ਗਾਵੈ ਕੋ ਦਾਤ। ਭਗਤ ਲਈ ਦਾਤ ਕੀ ਹੈ? ਨਾਮ। ਉਹ ਨਾਮ ਨੂੰ ਹੁਕਮ ਦੇ ਵਿੱਚ ਰਹਿਣ ਲਈ ਗਾ ਰਿਹਾ ਕਿ ਮੈਂ ਤਾਂ ਹੁਕਮ 'ਚ ਰਹਿਣਾ ਹੈ, ਮੈਂ ਤੇਰੇ ਭਾਣੇ 'ਚੋਂ ਬਾਹਰ ਨਹੀਂ ਜਾਣਾ, ਮੈਨੂੰ ਆਪਣੀ ਰਜ਼ਾ ਵਿੱਚ ਰੱਖ। ਜਿੰਨਾ ਚਿਰ ਮੇਰੇ ਕੋਲ ਆ ਸਰੀਰ ਤੈਂ ਦਿੱਤਾ ਹੈ, ਉਹਨਾਂ ਚਿਰ ਚਰਨ ਨਾ ਛੱਡੋ ਸਰੀਰ ਕਲ ਜਾਏ। ਮੈਂ ਤੇਰੇ ਗੁਣਾਂ ਨੂੰ ਨਹੀਂ ਛੱਡ ਸਕਦਾ, ਮੈਂ ਤੇਰੇ ਹੁਕਮ ਨੂੰ ਨਹੀਂ ਛੱਡ ਸਕਦਾ। ਸਰੀਰ ਦੀ ਮਰਜ਼ੀ ਹੈ, ਭਾਵੇਂ ਅੱਜ ਛੱਡਾ ਦੇ, ਭਾਵੇਂ ਕੱਲ੍ਹ ਛੱਡਾ ਦੇ। ਮੈਨੂੰ ਸਰੀਰ ਦੀ ਚਿੰਤਾ ਨਹੀਂ ਹੈ, ਮੈਨੂੰ ਚਿੰਤਾ ਤੇਰੇ ਹੁਕਮ ਦੀ, ਤੇਰੇ ਗੁਣਾਂ ਦੀ, ਕਿ ਮੇਰੇ ਤੋਂ ਉਹ ਨਾ ਵਿਸਰ ਜਾਣ। ਕਿਉਂਕਿ ਮਸੀਂ ਤਾਂ ਮੈਨੂੰ ਗੁਣ ਪ੍ਰਾਪਤ ਹੋਏ ਨੇ, ਪਰ ਮੈਂ ਹੁਣ ਉਹਨਾਂ ਨੂੰ ਵਿਸਾਰਨਾ ਨਹੀਂ ਚਾਹੁੰਦਾ। ਕਿਉਂਕਿ ਮੈਨੂੰ ਸੋਝੀ ਤੇਰੇ ਹੁਕਮ ਤੋਂ ਆ ਗਈ ਕਿ ਜਿਨੀ ਨਾਮ ਵਿਸਾਰਿਆ, ਜਿਨ੍ਹਾਂ ਨੇ ਵੀ ਨਾਮ ਵਿਸਾਰਿਆ ਹੋਇਆ, ਉਹ ਤਾਂ ਇੱਥੇ ਜੀਵਨ ਵਿਅਰਥ ਗਵਾ ਕੇ ਗਏ। ਪਰ ਹੁਣ ਨਾਮ ਦੀ ਸੋਝੀ ਆਈ ਹੈ ਕਿ ਨਾਮ ਆ ਹੁੰਦਾ, ਮੈਂ ਹੁਣ ਇਸ ਸਮੇਂ ਨੂੰ ਵਿਸਾਰਨਾ ਨਹੀਂ ਚਾਹੁੰਦਾ। ਗਾਵੇ ਕੋ ਦਾਤ ਜਾਣੇ ਨੀਸਾਨ। ਜਿਹੜਾ ਜੀਵ ਆਤਮਾ ਪੂਰਨ ਬ੍ਰਹਮ ਹੋ ਜਾਂਦੀ ਹੈ, ਭਾਵ ਕਿ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਉਹ ਉਸੇ ਹੀ ਦਾਤ ਬਾਰੇ ਜਾਣਦੀਆਂ ਨੇ। ਦੂਜਾ ਕੋਈ ਦਾਤ ਬਾਰੇ ਨਹੀਂ ਜਾਣ ਸਕਦਾ ਕਿ ਦਾਤ ਕੀ ਹੁੰਦੀ ਹੈ।
ਸਾਨੂੰ ਤਾਂ ਦਾਤ ਮਾਇਆ ਹੀ ਲੱਗਦੀ ਹੈ। ਅਸੀਂ ਤਾਂ ਧੀਆਂ ਪੁੱਤਰਾਂ ਨੂੰ ਵੀ ਦਾਤ ਸਮਝਦੇ ਹਾਂ। ਅਸੀਂ ਤਾਂ ਜੇ ਸਾਨੂੰ ਕੋਈ ਗੱਡੀ ਮਿਲ ਜਾਂਦੀ ਹੈ ਉਹਦੇ ਉੱਪਰ ਵੀ ਲਿਖ ਦਿੰਦੇ ਇਹ ਪੇ ਦਾਤ ਤੇਰੀ ਦਾਤਾਰ। ਉਹ ਦਾਤ ਨਹੀਂ ਹੈ। ਦਾਤ ਕਿੱਡੀ ਵੱਡੀ ਹੈ। ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਉਹ ਆਪ ਹੈ, ਉੱਡੀ ਵੱਡੀ ਹੋਈ ਦਾਤ ਹੈ। ਦਾਤ ਹੈ ਉਹਦਾ ਹੁਕਮ। ਹੁਕਮ ਕਾਰ ਜਿੱਡਾ ਥੋੜ੍ਹਾ ਹੈ, ਹੁਕਮ ਕੋਠੀ ਜਿੱਡਾ ਥੋੜ੍ਹਾ, ਹੁਕਮ ਧੀਆਂ ਪੁੱਤਰਾਂ ਜਿੱਡਾ ਥੋੜ੍ਹਾ। ਹੁਕਮ ਤਾਂ ਸਰਬ ਵਿਆਪੀ ਹੈ। ਗੁਰਮੁਖ ਹੈ ਜਿਹੜਾ ਜੀਵ ਹੈ, ਗੁਰਮੁਖ ਜੀਵ ਹੈ, ਉਹ ਹੁਕਮ ਨੂੰ ਗਾਉਂਦਾ ਹੈ। ਕਿਉਂ ਗਾਉਂਦਾ? ਕਿ ਮੈਨੂੰ ਆਪਣੇ ਭਾਣੇ 'ਚ ਰੱਖੀ। ਜਿਹੜਾ ਕਾਰਜ ਮੈਂ ਆਪਣਾ ਸਵਾਰਨਾ ਸੀ ਮੈਨੂੰ ਉਹ ਪਤਾ ਲੱਗ ਗਿਆ। ਉਸ ਤੋਂ ਬਾਅਦ ਹੁਣ ਤੇਰੇ ਹੱਥ 'ਚ ਆ ਸਾਰਾ ਕੁਝ। ਮਨ ਨੂੰ ਮਨਾ ਲਿਆ ਕਿ ਤੂੰ ਹੁਕਮ 'ਚ ਰਹਿਣਾ। ਪਹਿਲਾਂ ਹੁਕਮ 'ਚ ਰਹਿਣ ਵਾਸਤੇ ਮਨ ਨੂੰ ਮਨਾਇਆ। ਜਦੋਂ ਮਨ ਮੰਨ ਗਿਆ ਫਿਰ ਹੁਕਮ ਦੇ ਅੱਗੇ ਪਰਮੇਸ਼ਰ ਅੱਗੇ ਬੇਨਤੀ ਹੈ ਕਿ ਹੁਣ ਤੂੰ ਹੁਕਮ 'ਚ ਰੱਖੀ। ਹੁਣ ਮੇਰੀ ਮਰਜ਼ੀ ਨਹੀਂ, ਹੁਣ ਤੇਰੀ ਮਰਜ਼ੀ ਹੈ। ਪਹਿਲਾਂ ਮੇਰੀ ਮਰਜ਼ੀ ਸੀ, ਮੈਂ ਆਪਣਾ ਕਾਰਜ ਸਵਾਰ ਲਿਆ। ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ। ਮੈਂ ਆਪਣਾ ਕਾਰਜ ਸਵਾਰ ਲਿਆ। ਮੇਰਾ ਕਾਰਜ ਸਵਾਰਨਾ ਕੀ ਸੀ? ਕਿ ਮਨ ਨੂੰ ਮਾਇਆ 'ਚੋਂ ਬਾਹਰ ਕੱਢਣਾ। ਉਹ ਮੈਂ ਕੱਢ ਲਿਆ। ਹੁਣ ਮੇਰੇ ਅੰਦਰ ਮਾਇਆ ਦੀ ਇੱਛਾ ਨਹੀਂ ਹੈ। ਹੁਣ ਤੇਰੀ ਮਰਜ਼ੀ ਹੈ ਕਿ ਤੂੰ ਮੇਰੇ ਤੋਂ ਕਰਾਉਣਾ ਕੀ ਹੈ। ਮੈਂ ਤਾਂ ਹੁਣ ਉਵੇਂ ਕਰ ਲੂੰ। ਹਉ ਬੁਲਾਇਆ ਬੋਲੇ ਖਸਮ ਦਾ। ਹੁਣ ਤਾਂ ਮੈਂ ਤੇਰੇ ਬੁਲਾਇਆ ਬੋਲੂੰਗਾ। ਸੋ ਜਿਹੜਾ ਜੀਵ ਇੱਥੇ ਆ ਕੇ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਕੇ ਪੂਰਨ ਬ੍ਰਹਮ ਹੋ ਜਾਂਦਾ, ਉਸੇ ਨੂੰ ਉਸ ਦਾਤ ਬਾਰੇ ਪਤਾ ਲੱਗਦਾ ਤੇ ਫਿਰ ਉਹ ਉਸ ਦਾਤ ਨੂੰ ਪ੍ਰਾਪਤ ਵੀ ਕਰ ਲੈਂਦਾ। ਸੋ ਜਿਵੇਂ ਪਾਤਸ਼ਾਹ ਗੁਰਬਾਣੀ ਦੇ ਵਿੱਚ ਅੰਗ 5 ਦੇ ਉੱਪਰ ਵੀ ਕਹਿੰਦੇ ਆ, ਨਾਨਕ ਨਦਰੀ ਕਰਮੀ ਦਾਤ ਆਏ। ਨਾਨਕ ਜੀ ਪਾਤਸ਼ਾਹ ਕਹਿੰਦੇ ਜਿਹੜੀ ਉਹਦੀ ਨਦਰੀ ਹੈ, ਪਰਮੇਸ਼ਰ ਦੀ ਜਿਹੜੀ ਨਦਰ ਹੈ, ਉਹੀ ਤਾਂ ਕਰਮੀ ਹੈ, ਉਹੀ ਤਾਂ ਬਖਸ਼ਿਸ਼ ਹੈ। ਉਹ ਕੀ ਹੈ? ਉਹ ਦਾਤ ਹੈ, ਨਾਮ ਹੈ। ਉਹ ਕਿਸੇ ਨੂੰ ਆਪਣਾ ਨਾਮ ਦੇ ਦੇਵੇ, ਸਭ ਤੋਂ ਵੱਡੀ ਮਿਹਰ ਹੈ। ਜਿਵੇਂ ਪਾਤਸ਼ਾਹ ਨੇ ਬਚਨ ਲਗਾ, ਦੱਦੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਉਹਨੂੰ ਜਿਹੜਾ ਭਾ ਜਾਵੇ। ਗੱਲ ਉਹਨੂੰ ਪਾਉਣ ਦੀ ਹੈ, ਆਪਣੇ ਪਾਉਣ ਦੀ ਨਹੀਂ। ਉਹਨੂੰ ਕੀ ਪਾਉਂਦਾ ਉਹ ਜਾਣਦਾ ਹੈ। ਸਾਨੂੰ ਕੀ ਪਾਉਂਦਾ ਸਾਡੇ ਲਈ ਗੁਰਬਾਣੀ ਹੈਗੀ ਹੈ। ਅਸੀਂ ਮਨ ਨੂੰ ਗੁਰਬਾਣੀ ਤੋਂ ਉਪਦੇਸ਼ ਦਿਵਾਉਣਾ। ਜੋ ਸਾਨੂੰ ਗੁਰਬਾਣੀ ਨੇ ਦੱਸਿਆ ਅਸੀਂ ਮਨ ਤੇ ਉੱਪਰੋਂ ਲਾਗੂ ਕਰਨਾ ਵੀ ਤੂੰ ਆਹ ਕੰਮ ਨਹੀਂ ਕਰਨੇ। ਜਿਵੇਂ ਜਿਵੇਂ ਗੁਰਬਾਣੀ ਦੇ ਉਪਦੇਸ਼ ਨੂੰ, ਹੇ ਮੇਰੇ ਮਨਾ ਤੂੰ ਮੰਨੀ ਚੱਲੇਗਾ, ਤਿਵੇਂ ਤਿਵੇਂ ਤੈਨੂੰ ਉਸ ਨਾਮ ਦੀ ਸੋਝੀ ਵੀ ਆਈ ਜਾਣੀ ਹੈ, ਨਾਲ ਦੀ ਨਾਲ ਹੀ ਸੋਝੀ ਆਈ ਜਾਣੀ ਹੈ। ਇੱਧਰੋਂ ਮਾਇਆ ਵੱਲੋਂ ਛੱਡਦਾ ਜਾਈ ਜਾਵੇਗਾ, ਉੱਧਰ ਤੇਰੀ ਗਤੀ ਵੱਧਦੀ ਚਲੀ ਜਾਵੇਗੀ। ਉਹ ਦਾਤ ਤੈਨੂੰ ਪ੍ਰਾਪਤ ਹੋ ਜਾਣੀ ਹੈ। ਜਿਵੇਂ ਅੰਗ 9 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਹੁਣ ਜੇਵੜ ਆਪ, ਜਿੱਡਾ ਵੱਡਾ ਵੀ ਉਹ ਆਪ ਹੀ ਹੈ, ਉੱਡੀ ਵੱਡੀ ਉਹ ਦਾਤ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਜਿਹਨੇ ਸਾਡੇ ਅੰਦਰ ਦਿਨ ਪੈਦਾ ਕਰ ਦਿੱਤਾ, ਸੋਝੀ ਪ੍ਰਾਪਤ ਕਰ ਲਈ ਅਸੀਂ। ਪਰ ਸਾਡੇ ਅੰਦਰੋਂ ਰਾਤ ਖਤਮ ਹੋ ਗਈ, ਸਾਡਾ ਭਰਮ ਖਤਮ ਹੋ ਗਿਆ। ਭਰਮ ਨੂੰ ਖਤਮ ਕਰਨ ਵਾਸਤੇ ਇੱਕੋ ਹੀ ਚੀਜ਼ ਹੈ, ਉਹ ਹੈ ਨਾਮ। ਗੁਰਬਾਣੀ ਸਿਰਫ ਸਾਨੂੰ ਸਾਡੇ ਮਨ ਦੇ ਅੰਦਰ ਭਰਮ ਬਾਰੇ ਦੱਸਦੀ ਹੈ ਵੀ ਤੇਰੇ ਅੰਦਰ ਆਹ ਚੀਜ਼ਾਂ ਦਾ ਭਰਮ ਹੈ। ਜਿਵੇਂ ਡਾਕਟਰ ਨੇ ਦੱਸਤਾ ਵੀ ਤੈਨੂੰ ਆਹ ਬਿਮਾਰੀ ਹੈ, ਐਸ ਬਿਮਾਰੀ ਦੀ ਆਹ ਦਵਾਈ ਹੈ। ਹੁਣ ਦੇਖੋ ਉਹਨੇ ਦੱਸਿਆ ਹਜੇ ਵੀ ਤੈਨੂੰ ਆਹ ਬਿਮਾਰੀ ਹੈ, ਆਹ ਦਵਾਈ ਹੈ, ਪਰ ਰੋਗ ਠੀਕ ਨਹੀਂ ਹੋਇਆ, ਬਿਮਾਰੀ ਠੀਕ ਨਹੀਂ ਹੋਈ, ਪਰ ਗਿਆਨ ਹੈ। ਹੁਣ ਗਿਆਨ ਤੋਂ ਅੱਗੇ ਧਿਆਨ ਹੈ। ਗਿਆਨ ਪਹਿਲਾਂ ਪ੍ਰਾਪਤ ਕਰ ਲਿਆ, ਬਾਅਦ 'ਚ ਧਿਆਨ ਹੈ। ਪਰ ਸਾਡੇ ਕੀ ਹੋ ਗਿਆ, ਪਹਿਲਾਂ ਸਾਡੇ ਧਿਆਨ ਕਰਨ ਨੂੰ ਕਹਿੰਦੇ ਆ, ਬਾਅਦ 'ਚ ਕਹਿੰਦੇ ਦੇਖਾਂਗੇ ਗਿਆਨ। ਅਵਲਾ ਤਾਂ ਗਿਆਨ ਦੀ ਗੱਲ ਹੀ ਨਹੀਂ ਕਰਦੇ। ਪਰ ਗੁਰਬਾਣੀ ਕਹਿੰਦੇ ਪਹਿਲਾਂ ਗਿਆਨ ਫਿਰ ਧਿਆਨ। ਪਹਿਲਾਂ ਗਿਆਨ ਲਿੱਤਾ, ਫਿਰ ਧਿਆਨ ਰੱਖਣਾ ਵੀ ਹੁਣ ਆਹ ਦਵਾਈ ਖਾਣੀ ਹੈ। ਜਿਵੇਂ ਜਿਵੇਂ ਡਾਕਟਰ ਨੇ ਦਵਾਈ ਦੱਸੀ ਉਵੇਂ ਦਵਾਈ ਲੈਣੀ ਹੈ, ਤੇ ਫਿਰ ਸਾਡਾ ਰੋਗ ਠੀਕ ਹੋ ਜਾਂਦਾ। ਇਸੇ ਤਰ੍ਹਾਂ ਹੀ ਗੁਰਬਾਣੀ ਹੈ ਜਿਹੜੀ, ਉਹ ਸਾਨੂੰ ਸਾਡੇ ਭਰਮ ਬਾਰੇ ਦੱਸਦੀ ਹੈ ਕਿ ਤੇਰੇ ਅੰਦਰ ਆਹ ਭਰਮ ਹੈ, ਇਹਦਾ ਆਹ ਇਲਾਜ ਹੈ।
ਜਦੋਂ ਅਸੀਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਕੇ ਉਹਦੇ ਧਿਆਨ ਰੱਖਦੇ ਹਾਂ ਨਾਮ 'ਚ, ਤਾਂ ਫਿਰ ਉਹ ਜਿਵੇਂ ਜਿਵੇਂ ਸਾਡੀ ਸੁਰਤ ਨਾਮ ਵਾਲੇ ਪਾਸੇ ਨੂੰ ਜਾਂਦੀ ਹੈ, ਆਤਮਿਕ ਸੁਗਿਆਨ ਵਾਲੇ ਪਾਸੇ ਨੂੰ ਜਾਂਦੀ ਹੈ, ਸਾਡੇ ਅੰਦਰ ਉਹ ਬਖਸ਼ਿਸ਼ ਹੁੰਦੀ ਹੈ, ਦਵਾਈ ਮਿਲਦੀ ਹੈ। ਸਰਬ ਰੋਗ ਕਾ ਔਖਦ ਨਾਮ, ਉਹ ਨਾਮ ਸਾਡੇ ਹਿਰਦੇ 'ਚ ਪ੍ਰਗਟ ਹੁੰਦਾ ਚਲੇ ਜਾਂਦਾ ਹੈ। ਸਾਡੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੁਬਿਧਾ, ਦਵੈਸ਼, ਈਰਸ਼ਾ ਸਭ ਖਤਮ ਹੁੰਦੀ ਚਲੀ ਜਾਂਦੀ ਹੈ। ਇਹ ਨਾਲ ਦੀ ਨਾਲ ਪਟੰਤਰਾ ਹੁੰਦਾ ਹੈ। ਇਹ ਨਹੀਂ ਵੀ ਤੁਸੀਂ ਦਵਾਈ ਅੱਜ ਖਾਧੀ ਤੇ ਰੋਗ ਜਾ ਕੇ 100 ਸਾਲ ਨੂੰ ਠੀਕ ਹੋਊਗਾ, ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਨਾਲ ਦੀ ਨਾਲ ਹੀ ਹੈ। ਸਾਹਿਬ ਮੇਰਾ ਨੀਤ ਨਵਾਂ, ਨਿੱਤ ਨਵੀਂ ਸੋਝੀ ਨਾਲ ਦੀ ਨਾਲ ਆਉਂਦੀ ਹੈ। ਤਾਂ ਪਾਤਸ਼ਾਹ ਨੇ ਬਚਨ ਲਿਖਿਆ ਇੱਥੇ, ਜਿਵੇਂ ਅੰਗ 16 ਦੇ ਉੱਪਰ ਹੀ ਪਾਤਸ਼ਾਹ ਕਹਿੰਦੇ, ਤਾਂ ਮੁਕ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ। ਕਹਿੰਦੇ ਤਾਂ ਮੁਕ ਹੋਵੇ ਉਜਲਾ, ਕਹਿੰਦੇ ਤਾਂ ਜਿਹੜੀ ਸਾਡੀ ਸੁਰਤ ਹੈ ਮੁੱਖ ਹੁੰਦੀ ਹੈ, ਸੁਰਤ ਸਵੇਤ ਹੁੰਦੀ ਹੈ, ਸ਼ੁੱਧ ਹੁੰਦੀ ਹੈ। ਲੱਖ ਦਾਤੀ ਇੱਕ ਦਾਤ, ਜੇ ਲੱਖਾਂ ਦਾਤਾਂ ਦੇ ਵਿੱਚੋਂ ਆ ਜਿਹੜੀਆਂ ਸੰਸਾਰ 'ਚ ਦਾਤਾਂ ਨੇ, ਸੰਸਾਰੀ ਵੀ ਦਾਤਾਂ ਨੇ, ਪਰ ਜਿਹਨੇ ਬੁੱਝ ਲਿਆ ਵੀ ਦਾਤੀ ਨੇ ਜਿਹੜੇ ਸੱਚਖੰਡ ਵਾਲੇ ਨੇ, ਉੱਥੇ ਤਾਂ ਕੋਈ ਗਿਣਤੀ ਤੋਂ ਰਹਿਤ ਨੇ। ਉਹਨਾਂ ਦੀ ਇੱਕ ਦਾਤ ਹੈ, ਉਹਨਾਂ ਦੀ ਦੂਜੀ ਦਾਤ ਨਹੀਂ। ਉਹ ਕਹਿੰਦੇ ਤੂੰ ਇੱਕ ਹੋ, ਪਰ ਜਦ ਤੂੰ ਇੱਕ ਹੋ ਗਿਆ ਦਾਤ ਤੇਰੇ ਕੋਲ ਹੈਗੀ ਉਹ ਹੈਗੀ ਹੈ। ਨਾਮ ਤਾਂ ਸਾਡੇ ਹਿਰਦੇ 'ਚ ਪਿਆ, ਪਰ ਪ੍ਰਗਟ ਹੋਣਾ ਇਹਨੇ। ਜਦੋਂ ਪ੍ਰਗਟ ਹੋ ਗਿਆ ਤਾਂ ਖੇਡ ਖਤਮ, ਸਾਰੀ ਖੇਡ ਦੀ ਸੋਝੀ ਆ ਜਾਣੀ ਹੈ। ਸੰਸਾਰ ਵਾਲੀ ਖੇਡ ਖਤਮ ਹੈ, ਨਿਰਾਕਾਰ ਵਾਲੀ ਖੇਡ ਪ੍ਰਗਟ ਹੈ, ਜ਼ਾਹਰ ਹੈ। ਨਾਨਕ ਕਾ ਪਾਤਸ਼ਾਹ ਦੀਸੈ ਜ਼ਾਹਰਾ, ਫਿਰ ਪ੍ਰਤੱਖ ਦਿਸਦਾ ਹੁਕਮ ਵਰਤਦਾ ਕਿ ਕਿਵੇਂ ਭਾਣਾ ਵਰਤ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਕਿਹੜਾ ਜੀਵ ਕਿਸ ਤਰ੍ਹਾਂ ਆਇਆ, ਕਿੱਥੋਂ ਆਇਆ, ਸਾਰੀ ਸੋਝੀ ਆ ਰਹੀ ਹੈ, ਆਪਣੀ ਵੀ ਤੇ ਦੂਸਰੇ ਜੀਵਾਂ ਦੀ ਵੀ। ਨਿਸ਼ਾਨ ਗਾਵੈ ਕੋ ਦਾਤ, ਜਿਹੜਾ ਉਹਨੂੰ ਜਾਣ ਲੈਂਦਾ, ਜਾਣਾ ਦੇਖੋ ਲਿਖਿਆ ਪਾਤਸ਼ਾਹ ਨੇ। ਨਿਸ਼ਾਨ, ਨਿਸ਼ਾਨ ਹੁੰਦਾ ਹੁਕਮ, ਨਾਮ। ਉਹਦਾ ਨਾਮ ਹੀ ਇੱਥੇ ਬਰਕਤ ਪੈਦਾ ਕਰਦਾ ਹੈ ਨਾ, ਉਹਦੀ ਦਾਤ ਹੀ ਬਰਕਤ ਪੈਦਾ ਕਰਦੀ ਹੈ। ਖਸਮ ਹੈ ਜਿਹੜਾ ਪਰਮੇਸ਼ਰ ਹੈ, ਉਹੀ ਇਹ ਦਾਤ ਦਿੰਦਾ। ਜਿਵੇਂ ਪਾਤਸ਼ਾਹ ਨੇ ਅੱਗੇ ਬਚਨ ਆਊਗਾ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਉਹਦਾ ਤਾਂ ਅਮੁੱਲ ਹੈ। ਉਹਦੀ ਜਿਹੜੀ ਬਖਸ਼ਿਸ਼ ਹੈ ਉਹ ਕਿਸੇ ਤਰੀਕੇ ਦੇ ਨਾਲ ਖਰੀਦੀ ਨਹੀਂ ਜਾ ਸਕਦੀ, ਉਹ ਅਮੁੱਲ ਹੈ, ਉਹਦਾ ਕੋਈ ਮੁੱਲ ਨਹੀਂ ਤਾਰ ਸਕਦਾ। ਤੇ ਨਾ ਹੀ ਨਾਮ ਮੁੱਲ ਖਰੀਦਿਆ ਜਾਂਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਭਾਵੇਂ ਤੁਸੀਂ ਸੋਨਾ ਜਿੰਨਾ ਮਰਜ਼ੀ ਦਾਨ ਕਰ ਦਿਓ, ਪੈਸਾ ਜਿੰਨਾ ਮਰਜ਼ੀ ਦੇ ਦਿਓ, ਹੀਰੇ ਮੋਤੀ ਦੇ ਦਿਓ, ਪਰ ਤੁਹਾਨੂੰ ਨਾਮ ਨਹੀਂ ਮਿਲਦਾ। ਕਿਉਂਕਿ ਨਾਮ ਕੋਈ ਦੇ ਨਹੀਂ ਸਕਦਾ। ਨਾਮ ਕਿਸੇ ਵਿਅਕਤੀ ਦੇ ਕੋਲ ਤਾਕਤ ਨਹੀਂ ਹੈ ਇਸ ਮਿਰਤ ਲੋਕ ਦੇ ਅੰਦਰ, ਕਿਉਂਕਿ ਕਿਸੇ ਨੂੰ ਨਾਮ ਦੇ ਦੇਵੇ। ਹਾਂ, ਉਹ ਨਾਮ ਦੀ ਸਿੱਖਿਆ ਦੇ ਸਕਦਾ ਹੈ, ਗਿਆਨ ਦੇ ਸਕਦਾ ਹੈ, ਪਰ ਨਾਮ ਨਹੀਂ ਦੇ ਸਕਦਾ। ਨਾਮ ਦੇਣਾ ਪਰਮੇਸ਼ਰ ਦੀ ਮਰਜ਼ੀ ਹੈ, ਤੇ ਫਿਰ ਸਾਡੀ ਮਰਜ਼ੀ ਹੈ। ਪਰਮੇਸ਼ਰ ਵੀ ਡਾਇਰੈਕਟ ਨਹੀਂ ਦੇ ਸਕਦਾ, ਵਿੱਚ ਨਾਲ ਸਾਡੀ ਵੀ ਮਰਜ਼ੀ ਹੋਵੇ, ਉਧਰੋਂ ਪਰਮੇਸ਼ਰ ਵੀ ਚਾਹੇ, ਫਿਰ ਗੱਲ ਬਣਦੀ ਹੈ। ਜੇ ਅਸੀਂ ਇਕੱਲੇ ਚਾਹੁੰਦੇ ਹੋਈਏ, ਪਰਮੇਸ਼ਰ ਨਾ ਚਾਹੇ ਤਾਂ ਵੀ ਨਹੀਂ ਮਿਲਦਾ। ਜੇ ਪਰਮੇਸ਼ਰ ਇਕੱਲਾ ਚਾਹੁੰਦਾ ਹੋਵੇ, ਅਸੀਂ ਨਾ ਚਾਹੁੰਦੇ ਹੋਈਏ, ਤਾਂ ਵੀ ਨਹੀਂ ਮਿਲਦਾ। ਕਿਉਂਕਿ ਜੀਵ ਵੀ ਇੰਡੀਪੈਂਡੈਂਟ ਆ, ਆਪਣੇ ਆਪ ਚਾਹੇ। ਜੇ ਇਸ ਤਰ੍ਹਾਂ ਹੁੰਦਾ ਤਾਂ ਹੇ ਮੇਰੇ ਮਨਾ, ਤੂੰ ਗੁਰਬਾਣੀ ਦੀ ਗੱਲ ਨਾ ਮੰਨਦਾ। ਗੁਰਬਾਣੀ ਤੂੰ ਕਿੰਨਾ ਚਿਰ ਦਾ ਗੁਰਬਾਣੀ ਤੋਂ ਪੜ੍ਹਦਾ, ਫਿਰ ਤੂੰ ਕਿਉਂ ਨਹੀਂ ਮੰਨਦਾ? ਇਹਦਾ ਮਤਲਬ ਤੇਰੇ ਆਪਣੇ ਅੰਦਰ ਵੀ ਸਮਰੱਥਾ ਹੈ। ਕਹੋ ਕਬੀਰ ਮਨ ਮਾਨਿਆ, ਜਦੋਂ ਮਨ ਮੰਨਿਆ ਤੋ ਹਰ ਜਾਣਿਆ, ਫਿਰ ਹਰ ਨੂੰ ਜਾਣਿਆ ਜਾਂਦਾ। ਦੇਖੋ, ਬਾਰ-ਬਾਰ ਗੱਲ ਜਾਣਨ ਦੀ ਆਉਂਦੀ ਹੈ। ਜਪ ਦਾ ਭਾਵ ਹੀ ਜਾਣਨਾ ਹੁੰਦਾ ਹੈ। ਕੋਈ ਚੀਜ਼ ਨੂੰ ਜਾਣਨਾ ਹੈ, ਕਿਸੇ ਚੀਜ਼ ਦੀ ਸੁਗਿਆਨ ਪ੍ਰਾਪਤ ਕਰਨਾ, ਕਿਸੇ ਚੀਜ਼ ਦੀ ਸੋਝੀ ਪ੍ਰਾਪਤ ਕਰਨੀ ਹੈ। ਤਾਂ ਹੁਣ ਜਾਣ ਕੇ ਪਤਾ ਲੱਗੂ ਨਾ, ਉਸ ਤਰ੍ਹਾਂ ਤਾਂ ਪਤਾ ਨਹੀਂ ਲੱਗਣਾ। ਸੋ ਜਿਵੇਂ ਅੰਗ 277 ਉੱਪਰ ਵੀ ਪਾਤਸ਼ਾਹ ਕਹਿੰਦੇ, ਜਾ ਕੋ ਆਪਣੀ ਕਰੈ ਬਖਸ਼ੀਸ਼। ਹੁਣ ਜਿਹੜਾ ਬਖਸ਼ੀਸ਼ ਸ਼ਬਦ ਹੈ, ਇਹ ਇਸਤਰੀ ਲਿੰਗ ਸ਼ਬਦ ਹੈ, ਤੇ ਬਖਸ਼ਿਸ਼ ਹੈ ਜਿਹੜਾ ਪੁਲਿੰਗ ਹੈ। ਗੱਲ ਇੱਕੋ ਹੀ ਹੈ। ਤੇ ਜਿੱਥੇ ਵੀ ਇਸਤਰੀ ਲਿੰਗ ਸ਼ਬਦ ਆਊਗਾ, ਉਹਦੇ ਥੱਲੇ ਔਂਕੜ ਨਹੀਂ ਆਉਂਦੀ। ਜਿੱਥੇ ਵੀ ਔਂਕੜ ਆਊਗੀ, ਉੱਥੇ ਉਹ ਪੁਲਿੰਗ ਹੋਊਗਾ।
ਸੋ ਜਿਵੇਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਧਰਮ ਅਮੁੱਲ ਦੀਵਾਨ। ਸੋ ਅੰਗ 19 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ। ਨੌ ਨਿਧ, ਨੌ ਨਿਧ ਨੂੰ ਸਾਡੇ ਟੀਕਾਕਾਰਾਂ ਨੇ ਨੌ ਨਿਧੀਆਂ ਬਣਾਤਾ। ਨੌ ਨਿਧ ਦਾ ਅਰਥ ਨਵਾਂ ਖਜ਼ਾਨਾ, ਨਵੀਂ ਸੋਝੀ, ਨਵਾਂ ਸੁਗਿਆਨ। ਉਪਜੈ, ਇਹ ਤਾਂ ਉਪਜਦਾ ਹੈ। ਰਿੱਧੀ ਸਿੱਧੀ ਦਾ ਮਾਇਆ ਚ ਹੁੰਦੀ ਹੈ। ਰਿੱਧੀ ਦਾ ਅਰਥ ਹੁੰਦਾ ਮਾਇਆ, ਸਿੱਧੀ ਦਾ ਅਰਥ ਹੁੰਦਾ ਸੋਝੀ, ਮਾਇਆ ਦੀ ਸੋਝੀ। ਜਿੱਥੇ ਕੱਲੀ ਸਿੱਧੀ ਆਉਂਦੀ ਹੈ ਉੱਥੇ ਪਰਮਾਰਥ ਦੀ ਸੋਝੀ ਹੈ। ਸਿੱਧੀ ਦਾ ਅਰਥ ਹੀ ਸੋਝੀ ਹੈ। ਸਿੱਧੀ ਇੱਕ ਵਚਨ ਹੈ। ਉਹ ਸਾਡੇ ਟੀਕਾਕਾਰਾਂ ਨੇ ਸਿੱਧੀ ਨੂੰ ਸਿੱਧੀਆਂ ਬਣਾਤਾ। ਨੌ ਨਿਧ, ਨਵਾਂ ਖਜ਼ਾਨ ਉਪਜੈ, ਉਹ ਕੀ ਹੈ? ਨਾਮ। ਏਕ ਕਰਮ ਪਵੈ, ਕਹਿੰਦੇ ਆਹ ਹੈ ਇੱਕ ਹੋਏ ਤੇ ਉਹ ਬਖਸ਼ਿਸ਼ ਹੁੰਦੀ ਹੈ। ਪਵੈ ਨਿਸ਼ਾਨ, ਉਹਦਾ ਨਿਸ਼ਾਨ ਪੈ ਜਾਂਦਾ ਹੈ, ਉਹਦਾ ਨਿਸ਼ਾਨ ਪੈ ਜਾਂਦਾ ਹੈ। ਉਹ ਨਾਮ ਸਾਡੇ ਤੇ ਆਪਣੀ ਛਾਪ ਛੱਡ ਜਾਂਦਾ ਹੈ, ਆਪਣਾ ਪ੍ਰਭਾਵ ਛੱਡਦਾ ਹੈ। ਜੀਵ ਉਸ ਨਾਮ ਦੇ ਪ੍ਰਭਾਵ ਹੇਠ ਆਪਣਾ ਜੀਵਨ ਬਸਰ ਕਰਦਾ ਹੈ। ਜਨਮ ਲੇਖੇ ਵਿੱਚ ਲਾ ਆਉਂਦਾ ਹੈ। ਨਿਰਾਕਾਰੀ ਜਨਮ ਹੁੰਦਾ ਤੇ ਉਹਦੇ ਵਿੱਚ ਉਹਦਾ ਜੀਵਨ ਚੱਲਦਾ। ਸੋ ਗਾਵੈ ਕੋ ਦਾਤ ਜਾਣੈ ਨੀਸਾਨ। ਜਿਹੜੇ ਸੰਸਾਰੀ ਨੇ ਉਹ ਵੀ ਉਹਨੂੰ ਗਾਉਂਦੇ ਨੇ, ਪਰ ਉਹਦੀਆਂ ਦਾਤਾਂ ਨੂੰ ਗਾਉਂਦੇ ਨੇ। ਜਾਣੈ ਨੀਸਾਨ, ਉਹ ਹੁਕਮ ਨੂੰ ਨਹੀਂ ਜਾਣਦੇ, ਉਹ ਹੁਕਮ ਬਾਰੇ ਨਹੀਂ ਉਹਨਾਂ ਨੂੰ ਕੁਛ ਪਤਾ ਲੱਗਦਾ। ਉਹ ਸਿਰਫ ਸੰਸਾਰੀ ਜੋ ਪਦਾਰਥ ਪਿਆ ਇੱਥੇ ਮਾਇਆ ਦਾ, ਜਦ ਕਿ ਉਹ ਤਾਂ ਪਰਮੇਸ਼ਰ ਨੇ ਪਹਿਲਾਂ ਹੀ ਪਾ ਕੇ ਰੱਖਿਆ। ਉਹਨੂੰ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਕੋਸ਼ਿਸ਼ ਕਰਨੀ ਪੈਣੀ ਹੈ। ਉਹ ਅਸੀਂ ਜਿੰਨੀ ਕੁ ਕੋਸ਼ਿਸ਼ ਕਰ ਲਾਂਗੇ ਸਾਨੂੰ ਉਨੀ ਚੀਜ਼ ਮਿਲ ਜਾਂਦੀ ਹੈ। ਪਰ ਜਿਹੜੇ ਗੁਰਮੁਖ ਨੇ, ਗਾਵੈ ਕੋ ਦਾਤ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸਲ ਵਿੱਚ ਦਾਤ ਤਾਂ ਹੁਕਮ ਹੈ। ਮਾਇਆ ਤਾਂ ਇੱਕ ਜੇਲ੍ਹ ਹੈ, ਵਿਖੇ ਹੈ, ਇਹਦੇ 'ਚੋਂ ਤਾਂ ਬਾਹਰ ਨਿਕਲਣਾ ਹੈ। ਉਹ ਇਹਦੇ 'ਚੋਂ ਬਾਹਰ ਨਿਕਲਣ ਲਈ ਦਾਤ ਦੀ ਇੱਛਾ ਰੱਖਣ ਲੱਗ ਜਾਂਦੇ ਵੀ ਸਾਨੂੰ ਹੁਕਮ ਮਿਲ ਜਾਵੇ। ਤੇ ਜਾਣਾ ਹੀ ਨਹੀਂ ਸਨ, ਉਹ ਉਸ ਹੁਕਮ ਨੂੰ ਜਾਣ ਵੀ ਲੈਂਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਰਾਹ ਹੈ ਜਿੱਥੋਂ ਬਾਹਰ ਨਿਕਲਿਆ ਜਾਂਦਾ ਹੈ। ਕਬੀਰ ਸਾਹਿਬ ਵੀ ਕਹਿੰਦੇ ਬਾਹਰ ਕੀਨੀ ਬਾਟ, ਉਹਨਾਂ ਨੇ ਆਪਣਾ ਰਸਤਾ ਹੀ ਬਾਹਰ ਕਰ ਲਿਆ। ਉਸ ਰਸਤੇ ਤੇ ਚੱਲੇ, ਉਸ ਮਾਰਗ ਤੇ ਚੱਲੇ ਜਿੱਥੇ ਕੋਈ ਡਿੱਕਾ ਹੀ ਨਹੀਂ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਉਹ ਪ੍ਰਗਟ ਹੋ ਕੇ ਜਾਂਦੇ ਆ, ਲੁਕੀ ਛਿਪ ਕੇ ਨਹੀਂ ਜਾਂਦੇ। ਸੋ ਗਾਵੈ ਕੋ ਗੁਣ ਵਡਿਆਈ ਆਚਾਰ। ਹੁਣ ਅਸੀਂ ਇਹਨੂੰ ਪੜ੍ਹਦੇ ਹਾਂ, ਗਾਵੈ ਕੋ ਗੁਣ ਵਡਿਆਈਆਂ ਚਾਰ। ਫਿਰ ਜੇ ਕੀ ਅਸੀਂ ਪਰਮੇਸ਼ਰ ਦੇ ਵਿੱਚ ਚਾਰ ਹੀ ਵਡਿਆਈਆਂ ਨੇ, ਵੱਧ ਨਹੀਂ ਹੈਗੀਆਂ। ਅਸਲ ਵਿੱਚ ਇਹ ਆੜਾ ਜਿਹੜਾ ਉਹ ਦੂਜੇ ਪਾਸੇ ਲੱਗਣਾ ਸੀ। ਗਾਵੈ ਕੋ ਗੁਣ ਵਡਿਆਈ ਆਚਾਰ। ਆਚਾਰ ਸ਼ਬਦ ਹੈ ਗੁਰਬਾਣੀ ਦੇ ਵਿੱਚ, ਬੇਅੰਤ ਵਾਰੀ ਆਚਾਰ ਸ਼ਬਦ ਆਇਆ। ਜਿੱਥੇ ਚਾਰ ਗਿਣਤੀ ਦੀ ਸੈਂਸ ਵਿੱਚ ਆਉਂਦਾ ਉੱਥੇ ਚੱਚੇ ਨੂੰ ਕੰਨਾ ਰਾਰੇ ਨੂੰ ਸਿਹਾਰੀ ਆਉਂਦੀ ਹੈ। ਜਿਵੇਂ ਚਾਰ ਪਦਾਰਥ ਜੇ ਕੋ ਮੰਗ, ਉੱਥੇ ਸਿਹਾਰੀ ਪਈ ਹੋਈ ਹੈ। ਪਰ ਸਾਡੇ ਪ੍ਰਚਾਰ ਹੀ ਨਹੀਂ ਇਸ ਤਰ੍ਹਾਂ ਦਾ, ਵਿਚਾਰ ਹੀ ਨਹੀਂ ਹੈਗੀ ਸਾਡੇ ਕੋਲ। ਗਾਵੈ ਕੋ ਗੁਣ, ਬਥੇਰੀ ਜੀਵ ਨੇ ਜਿਹੜੇ ਉਹਦੇ ਗੁਣਾਂ ਨੂੰ ਗਾਉਂਦੇ ਨੇ। ਉਹ ਗਾਉਂਦੇ ਕਾਹਦੇ ਵਾਸਤੇ ਨੇ? ਵਡਿਆਈ ਵਾਸਤੇ, ਵੀ ਸਾਡੀ ਵੀ ਸੋਭਾ ਹੋਵੇ। ਫਿਰ ਕਈ ਵਾਰੀ ਗੱਲਾਂ ਵੀ ਪ੍ਰਚਲਿਤ ਹੋ ਜਾਂਦੀਆਂ ਨੇ ਵੀ ਕਰਦਾ ਤਾਂ ਰੱਬ ਹੀ ਹੈ ਜੀ, ਵਡਿਆਈ ਭਗਤਾਂ ਨੂੰ ਦੇ ਦਿੰਦਾ ਹੈ। ਭਗਤ ਤਾਂ ਵਡਿਆਈ ਚਾਹੁੰਦਾ ਹੀ ਨਹੀਂ ਹੈਗਾ। ਭਗਤ ਤਾਂ ਹਰ ਵੇਲੇ ਪਰਮੇਸ਼ਰ ਦੀ ਵਡਿਆਈ ਚਾਹੁੰਦਾ ਹੈ, ਆਪਣੀ ਵਡਿਆਈ ਭਗਤ ਨਹੀਂ ਚਾਹੁੰਦਾ। ਉਹ ਕਹਿੰਦਾ ਉਹਦੀ ਰਜਾ ਹੈ, ਵਰਤ ਉਹੀ ਰਿਹਾ, ਜਿਵੇਂ ਵੀ ਵਰਤਾ ਰਿਹਾ ਬਸ ਉਵੇਂ ਵਰਤ ਰਿਹਾ। ਗਾਵੈ ਕੋ ਗੁਣ ਵਡਿਆਈ ਆਚਾਰ। ਜਿਹੜਾ ਸੰਸਾਰੀ ਹੈ ਉਹਦਾ ਜਿਹੜਾ ਗਾਉਣਾ ਹੁੰਦਾ ਆਪਣੀ ਸੋਭਾ ਵਾਸਤੇ ਹੁੰਦਾ। ਜਿਹੜਾ ਗੁਰਮੁਖ ਹੁੰਦਾ ਉਹਦਾ ਗਾਉਣਾ ਹੁੰਦਾ ਕਿ ਤੇਰੀ ਜਿਹੜਾ ਆਚਰਣ ਹੈ, ਤੇਰੇ ਵਾਲੇ ਜਿਹੜੇ ਲੱਛਣ ਨੇ, ਤੇਰੇ ਜਿਹੜੇ ਗੁਣ ਨੇ ਉਹ ਮੇਰੇ 'ਚ ਆ ਜਾਣ। ਇੱਕ ਦੇ 8 ਗੁਣ ਨੇ, ਉਹ ਕਹਿੰਦਾ ਮੇਰੇ 'ਚ ਆਉਣ। ਉਹਨੂੰ ਪਤਾ ਵੀ ਮੈਂ ਇੱਕ ਹੋ ਗਿਆ ਤੇ ਮੇਰੇ ਹੀ ਗੁਣ ਨੇ ਮੇਰੇ 'ਚ ਆ ਜਾਣੇ। ਇਹੀ ਤਾਂ ਗੁਣ ਮੇਰੇ ਵਿਸਰੇ ਹੋਏ ਨੇ। ਉਹ ਜੇਲ੍ਹ 'ਚ ਕੋਈ ਬੰਦਾ, ਉਹਨੂੰ ਕਹਿੰਦਾ ਵੀ ਮੈਂ ਤੈਨੂੰ ਇੱਥੇ ਆਹ ਖਾਣਾ ਦੇ ਦੇਣਾ, ਆਹ ਤੈਨੂੰ ਕੱਪੜੇ ਦੇ ਦੇਣਾ, ਆਹ ਤੈਨੂੰ ਆਏ, ਉਹ ਕਹਿੰਦਾ ਵੀ ਇਹਨਾਂ ਚੀਜ਼ਾਂ ਦੀ ਮੈਨੂੰ ਲੋੜ ਨਹੀਂ, ਤੂੰ ਮੈਨੂੰ ਇੱਥੋਂ ਬਾਹਰ ਕੱਢ। ਖਾਣਾ ਮੈਂ ਖਾ ਲੂੰ, ਬਾਹਰ ਬਥੇਰਾ ਮੈਂ ਕੰਮ ਕਰ ਲੂੰ, ਬਾਹਰ ਕੱਪੜੇ ਬਥੇਰੇ ਲੈ ਲੂੰ, ਮਕਾਨ ਵੀ ਵਧੀਆ ਬਣਾ ਲੂੰ, ਗੱਡੀ ਵੀ ਲੈ ਲੂੰ, ਪੈਸਾ ਵੀ ਕਮਾ ਲੂੰ, ਪਰ ਮੈਨੂੰ ਜੇਲ੍ਹ 'ਚੋਂ ਬਾਹਰ ਕੱਢ। ਤੇ ਇੱਕ ਜੀਵ ਇਹੋ ਜਿਹਾ ਜਿਹੜਾ ਜੇਲ੍ਹ 'ਚ ਹੈ, ਉਹ ਕਹਿੰਦਾ ਇੱਥੇ ਹੀ ਵਧੀਆ ਯਾਰ, ਇੱਥੇ ਹੀ ਦੇ ਦੇ ਸਾਰਾ ਕੁਛ, ਆਪਾਂ ਕੁਛ ਕਰੀਏ ਹੀ ਨਾ। ਹੇ ਮੇਰੇ ਮਨ ਉਹਨਾਂ 'ਚ ਤੂੰ ਆਉਣਾ।
ਕਿ ਜੀ ਇੱਥੇ ਹੀ ਹੈ ਸਾਰਾ ਕੁਝ, ਅੱਗੇ ਕਿਹੜਾ ਕਿਸੇ ਨੇ ਦੇਖਿਆ, ਬਸ ਇੱਥੇ ਹੀ ਸਾਰਾ ਕੁਝ ਬਣਾ ਲਓ। ਇੰਨੀ ਪਕੜ ਇੱਥੇ ਡੂੰਘੀ ਕਰ ਲਈ ਕਿ ਇੱਥੋਂ ਜਾਣ ਨੂੰ ਜੀਅ ਨਹੀਂ ਕਰਦਾ। ਪਰ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਅਸੀਂ ਇੱਥੇ ਰਹਿਣਾ ਨਹੀਂ ਹੈ। ਉਹ ਇੱਥੋਂ ਬਾਹਰ ਨਿਕਲਣ ਲਈ ਜੱਦੋ ਜਹਿਦ ਕਰਦੇ ਆ। ਹੇ ਮੇਰੇ ਮਨਾ, ਤੂੰ ਇੱਥੇ ਰਹਿਣ ਲਈ ਜੱਦੋ ਜਹਿਦ ਕਰਦਾ, ਕਿਵੇਂ ਗੱਲ ਬਣੂਗੀ? ਤਾਂ ਹੀ ਪਾਤਸ਼ਾਹ ਨੇ ਵਚਨ ਲਿਖੇ ਸੀ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਨਹੀਂ ਬਣਨੀ ਗੱਲ, ਕਿਉਂਕਿ ਭਗਤ ਕੁਛ ਹੋਰ ਕਹਿੰਦਾ, ਤੂੰ ਕੁਛ ਹੋਰ ਕਰਦਾ। ਸੋ ਗਾਵੈ ਕੋ ਗੁਣ ਵਡਿਆਈ ਆਚਾਰ। ਜਿਹੜਾ ਜੀਵ ਗੁਰਮੁਖ ਹੈ, ਜਿਹੜੀ ਸੁਰਤ ਇਸ ਭਾਵ ਸਾਗਰ ਚੋਂ ਨਿਕਲਣਾ ਚਾਹੁੰਦੀ ਹੈ, ਗਾਉਂਦੀ ਉਹ ਵੀ ਹੈ। ਉਹ ਉਹਦੇ ਹੁਕਮ ਨੂੰ ਗਾਉਂਦੀ ਹੈ ਵਡਿਆਈ, ਕਿ ਮੇਰੀ ਜਿਹੜੀ ਸੁਰਤ ਹੈ ਉਹ ਬਹੁਤ ਵਿਸ਼ਾਲ ਹੋ ਜਾਵੇ, ਮੇਰਾ ਜਿਹੜਾ ਭਾਗ ਹੈ ਬਹੁਤ ਵਿਸ਼ਾਲ ਹੋ ਜਾਵੇ। ਦੇ ਲੰਮੀ ਨਜ਼ਰ ਨਿਹਾਲੀ ਹੈ, ਮੇਰੀ ਲੰਮੀ ਨਜ਼ਰ ਹੋ ਜਾਵੇ, ਮੈਂ ਸਰਬ ਵਿਆਪੀ ਹੋ ਜਾਵਾਂ। ਸਰਬ ਵਿਆਪੀ ਤਾਂ ਹੋਊਗਾ ਜੇ ਆਚਾਰ ਉਹਦੇ ਅੰਦਰ ਵੀ ਉਹੀ ਲੱਛਣ ਆ ਜਾਣ। ਜਿੰਨੀਆਂ ਵੀ ਜੋਤੀਆਂ ਸੱਚਖੰਡ 'ਚ ਬੈਠੀਆਂ ਨੇ, ਉਹਨਾਂ ਦਾ ਜਿਹੜਾ ਹੁਕਮ ਹੈ ਉਹੀ ਅੰਦਰ ਆਵੇ, ਉਹੀ ਗੁਣ ਆ ਜਾਣ ਸਾਰੇ। ਹਰ ਵਿਸਰਤ ਤੇਰੇ ਗੁਣ ਗਲਿਆ, ਜਿਹੜੇ ਗੁਣ ਗਲੇ ਹੋਏ ਨੇ ਉਹੀ ਗੁਣ ਦੁਬਾਰਾ ਸੁਰਜੀਤ ਹੋ ਜਾਣ, ਤਾਂ ਫਿਰ ਇਹ ਵੀ ਸਰਵ ਵਿਆਪੀ ਹੈ। ਜਦੋਂ ਇਹ ਵੀ ਸੱਚਖੰਡ 'ਚ ਹੈ ਤਾਂ ਫਿਰ ਇਹਨੂੰ ਸਾਰਾ ਕੁਝ ਹੀ ਦਿਸੂਗਾ ਨਾ। ਉਹੀ ਆਚਾਰ ਸ਼ਬਦ ਹੈ। ਅੰਗ 30 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ, ਕਿ ਜਿਹੜਾ ਸੱਚਾ ਸਾਹਿਬ ਹੈ ਪਹਿਲਾਂ ਉਹਦੀ ਸੇਵੀ ਹੈ, ਪਹਿਲਾਂ ਤਾਂ ਉਹਦੀ ਸੇਵਾ ਕਰਨੀ ਹੈ। ਹੁਣ ਸੱਚਾ ਸਾਹਿਬ ਸਾਡਾ ਮੂਲ ਹੈ, ਪਹਿਲਾਂ ਤਾਂ ਅਸੀਂ ਆਪਣੇ ਮੂਲ ਦੀ ਕਰਨੀ ਹੈ ਸੇਵਾ। ਜਦੋਂ ਅਸੀਂ ਆਪਣੇ ਮੂਲ ਨੂੰ ਪ੍ਰਸੰਨ ਕਰ ਲਿਆ, ਆਤਮਾ ਪ੍ਰਾਤਮਾ ਇੱਕ ਹੋ ਗਈਆਂ, ਅਸੀਂ ਇੱਕ ਹੋ ਗਏ, ਉਸ ਤੋਂ ਬਾਅਦ ਕੀ ਹੈ? ਸੱਚ ਵਡਿਆਈ ਦੇ। ਦੇਖੋ ਪਹਿਲਾਂ ਸੱਚਾ ਸ਼ਬਦ ਹੈ, ਬਾਅਦ 'ਚ ਸੱਚ ਆਉਂਦਾ। ਇਹ ਫਰਕ ਹੈ। ਜਿਹੜਾ ਸਾਡਾ ਮੂਲ ਹੈ ਉਹ ਸੱਚ ਹੈ, ਉਹ ਸੱਚ ਨਹੀਂ ਹੈ, ਕਿਉਂਕਿ ਉਹਦੇ ਕੋਲ ਪੂਰਨ ਸੋਝੀ ਨਹੀਂ ਹੈ, ਸਾਡੇ ਕੋਲ ਪੂਰੀ ਸੋਝੀ ਨਹੀਂ। ਇੱਕ ਬੱਚਾ ਹੈ, ਉਹ ਵਿਦਿਆਰਥੀ ਹੈ, ਉਹ ਹਜੇ ਪੜ੍ਹਦਾ ਹੈ। ਇੱਕ ਟੀਚਰ ਹੈ, ਟੀਚਰ ਕੋਲ ਪੂਰੀ ਸੋਝੀ ਹੈ, ਬੱਚੇ ਕੋਲ ਨਹੀਂ ਹੈਗੀ, ਪਰ ਪੜ੍ਹਦੇ ਦੋਨੇ ਇੱਕੋ ਹੀ ਕਲਾਸ 'ਚ ਨੇ। ਉਹ ਵੀ ਉਸੇ ਕਲਾਸ 'ਚ ਪੜ੍ਹਦਾ, ਉਹ ਉਸ ਕਲਾਸ ਨੂੰ ਪੜ੍ਹਾ ਰਿਹਾ, ਖੜੇ ਇੱਕ ਥਾਂ 'ਤੇ ਨੇ। ਇਸੇ ਤਰ੍ਹਾਂ ਜਿਹੜਾ ਸਾਡਾ ਮੂਲ ਹੈ ਉਹ ਸੱਚਾ ਹੈ, ਪਰ ਜਿਹੜਾ ਪਰਮੇਸ਼ਰ ਹੈ, ਹੁਕਮ ਹੈ, ਉਹ ਸੱਚ ਹੈ। ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਉਹ ਸੱਚ ਹੈ। ਉਹੀ ਕੁਝ ਅਸੀਂ ਪ੍ਰਾਪਤ ਕਰਨਾ, ਭਾਵ ਕਿ ਵਿਦਿਆਰਥੀ ਨੇ ਉਹੀ ਸੁਗਿਆਨ ਪ੍ਰਾਪਤ ਕਰਕੇ ਖੁਦ ਟੀਚਰ ਬਣਨਾ। ਅਸੀਂ ਵੀ ਇੱਕ ਹੋ ਕੇ ਹੁਕਮ ਪ੍ਰਾਪਤ ਕਰਨਗੇ, ਸੱਚਖੰਡ ਵਿੱਚ ਜਾਣਾ, ਆਪਣੇ ਆਸਣ ਤੇ ਜਾ ਕੇ ਬਹਿਣਾ, ਜਿਹੜਾ ਸਾਡਾ ਆਪਣਾ ਘਰ ਹੈ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਾਲ। ਉੱਥੇ ਨਿਰੰਕਾਰ ਬਣ ਕੇ ਜਾਂਦਾ, ਅਸੀਂ ਸਵੈਮ ਹੀ ਨਿਰਾਕਾਰ ਬਣਨਾ। ਨਿਰਾਕਾਰ ਤੋਂ ਬਿਨਾਂ ਤਾਂ ਉੱਥੇ ਐਂਟਰੀ ਹੋ ਨਹੀਂ ਹੈਗੀ। ਸਾਡੇ ਕੋਲ ਆਕਾਰ ਹੈ, ਸਾਡੇ ਕੋਲ ਆਕਾਰ ਕੀ ਹੈ? ਸਾਡਾ ਮਨ, ਸਾਡੀ ਸੋਚ, ਸਾਡੀ ਇੱਛਾ। ਇਹ ਛੱਡਣੀ ਹੈ, ਇਹ ਛੱਡ ਦਿਓ ਤੇ ਤੁਸੀਂ ਨਿਰਾਕਾਰ ਹੋ। ਪਾਣੀ ਟਿਕਿਆ ਹੋਇਆ ਤੇ ਆਪਾਂ ਕਹਿੰਦੇ ਵੀ ਟਿਕਿਆ ਹੋਇਆ ਪਾਣੀ ਹੈ। ਜੇ ਪਾਣੀ 'ਚ ਮਾੜੀ ਜਿਹੀ ਤਰੰਗ ਉੱਠ ਖੜਿਆ, ਆਪਾਂ ਕਹਿੰਦੇ ਵੀ ਲਹਿਰ ਉੱਠ ਖੜੀ ਜਾਂ ਤਰੰਗ ਉੱਠ ਖੜੀ, ਹੈ ਤਾਂ ਉਹ ਵੀ ਪਾਣੀ ਹੋਈ। ਸਾਡੇ ਅੰਦਰ ਇੱਛਾ ਉੱਠੀ ਹੈ, ਲੋਭ ਲਹਿਰ ਅਤ ਨੀਚਰ ਵੱਜ। ਸਾਡੇ ਅੰਦਰ ਲੋਭ ਦੀ ਲਹਿਰ ਚੱਲਦੀ ਹੈ, ਜਦੋਂ ਲੋਭ ਦੀ ਲਹਿਰ ਖਤਮ ਹੋ ਗਈ ਤਾਂ ਟਿਕ ਗਏ। ਸੋ ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ। ਫਿਰ ਜਿਹੜਾ ਸੱਚ ਹੈ, ਸੱਚਖੰਡ ਹੈ, ਉਹ ਵਡਿਆਈ ਦਿੰਦਾ, ਭਾਵ ਕਿ ਉਹ ਸਾਡੀ ਸੁਰਤ ਨੂੰ ਸਰਬ ਵਿਆਪੀ ਕਰ ਦਿੰਦਾ। ਅੰਗ 84 ਉੱਪਰ ਵੀ ਪਾਤਸ਼ਾਹ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ। ਜਿਹੜਾ ਹਰ ਹੈ, ਜਿਹੜਾ ਹੁਣ ਸਾਡਾ ਮੂਲ ਹੈ ਹਰ, ਕੀ ਵਡਿਆਈ ਵੱਡੀ ਹੈ। ਇਹਦੀ ਜਦੋਂ ਸੁਰਤ ਵੱਡੀ ਹੋ ਜਾਂਦੀ ਹੈ, ਭਾਵ ਕਿ ਸਾਡੇ ਅੰਦਰ ਜਦੋਂ ਇਹ ਗੱਲ ਆ ਜਾਂਦੀ ਹੈ ਵੀ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਅਵਲ ਅੱਲ੍ਹੈ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਸਾਡੀ ਸੁਰਤ ਇਸ ਤਰ੍ਹਾਂ ਵਿਚਰਦੀ ਹੈ ਇਸ ਭਾਵ ਸਾਗਰ ਦੇ ਅੰਦਰ ਆ ਕੇ, ਤਾਂ ਫਿਰ ਕੀ ਹੁੰਦਾ? ਹਰ ਕੀ ਰਤਨ ਹਰ ਕਾ। ਕਿਹੜਾ ਜਿਹੜਾ ਹਰ ਕੀ ਹੈ, ਫਿਰ ਇਹਨੂੰ ਪਤਾ ਲੱਗ ਜਾਂਦਾ, ਹੁਕਮ ਬਾਰੇ ਪਤਾ ਲੱਗ ਜਾਂਦਾ। ਕੀ ਰਤਨ, ਉਹ ਗਿਆਨ ਕੀ ਹੈ, ਉਹ ਨਾਮ ਕੀ ਹੈ। ਜਿਹੜਾ ਹਰਕ ਹੈ ਉਹ ਸਾਰੇ ਸੱਚਖੰਡ ਦਾ। ਕੀਰਤਨ ਦਾ ਭਾਵ ਹੁੰਦਾ ਉਹ ਰਤਨ, ਉਹ ਖਜ਼ਾਨਾ, ਉਹ ਨਾਮ, ਉਹ ਗਿਆਨ, ਕਿ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ।
ਜਿਵੇਂ ਪਾਤਸ਼ਾਹ ਕਹਿੰਦੇ ਆ ਕਲ ਯੁਗ ਮਹਿ ਕੀਰਤਨ ਪ੍ਰਧਾਨਾ। ਹੁਣ ਕਲ ਯੁਗ ਕੀ ਹੈ? ਕਲ ਯੁਗ ਹੈ ਕਲਪਨਾ ਦਾ ਸਮਾਂ। ਅਸੀਂ ਕਲਪਨਾ ਇੱਛਾ ਕਰਦੇ ਹਾਂ, ਸਾਡੀ ਜਿਹੜੀ ਇੱਛਾ ਹੈ ਉਹ ਕਲਪ ਹੈ, ਇਹ ਛੱਡਣੀ ਹੈ ਅਸੀਂ। ਕਲ ਯੁਗ ਮਹਿ, ਸਾਡੇ ਅੰਦਰ ਕੀ ਰਤਨ, ਕਿਹੜਾ ਗਿਆਨ ਹੈ ਜਿਹੜਾ ਪ੍ਰਧਾਨ ਹੈ?